सरकार ये दसे और पारदर्शिता दे नाल दसे भी 6000 करोड़ रुपये कित्थों लिया। ये 6000 करोड़ रुपये लगने जिहड़े 600 यूनिट डिस्क्रिमिनेशन नाल दिते सारिਆਂ ਨੂੰ ਦਿੰਦੇ ਤੇ ਫਿਰ ਤੇ ਬਿਲਕੁਲ ਹੀ ਗੱਲ ਹੀ ਖਤਮ ਹੋ ਜਾਂਦੀ ਨਾ। ਫਿਰ ਤੇ ਮਤਲਬ ਇਹ ਨਾਲੋਂ 70% ਆਬਾਦੀ ਬਾਹਰ ਕੱਢ ਇਹ ਕੀਤੀ ਸੀ ਇਹ ਅਨਾਉਂਸਮੈਂਟ ਕਰਨ ਤੋਂ ਪਹਿਲਾਂ, ਜਿਹਦੇ ਚ ਤੁਹਾਡੀ ਉਹ ਪਾਲਿਸੀ ਦੇ ਵਿੱਚ ਬਜਟਰੀ ਐਲੋਕੇਸ਼ਨ ਹੋਵੇ ਔਰ ਬਜਟਰੀ ਐਲੋਕੇਸ਼ਨ ਕਿੱਥੋਂ ਆਣੀ ਹੈ ਉਹਦਾ ਕੋਈ ਵੇਰਵਾ ਹੋਵੇ। ਦੱਸੋ ਸਾਰੇ ਪੰਜਾਬ ਵੀ ਤੁਸੀਂ ਕਿੱਥੋਂ ਲਿਆਉਂਗੇ। ਮੈਨੂੰ ਤਾਂ ਲੱਗਦਾ ਹੈ ਕਿ ਇਹ ਇੱਕ ਇਲੈਕਸ਼ਨ ਗਿਮਿਕ ਹੈ ਕਿ ਤੁਸੀਂ ਪੰਜਾਬੀਆਂ ਦੇ ਖੂਨ ਪਸੀਨੇ ਦੀ ਕਮਾਈ ਬਾਹਰਲੇ ਅਖਬਾਰਾਂ ਦੇ ਵਿੱਚ ਸੂਬਿਆਂ ਦੇ ਵਿੱਚ ਲਵਾਓ। ਇਹ ਬਹੁਤ ਸੰਗੀਨ ਸੰਜੀਦਗੀ ਵਾਲਾ ਮਸਲਾ ਸਾਹਿਬ। और मैं शुक्रगुजार हाँ अपने साथियों का ਜਿਹੜੇ ਅੱਜ ਇੱਥੇ ਬੈਠੇ ਆ। ਇਹ ਜਿੰਨਾ ਕਾਂਗਰਸ ਨੂੰ ਪਿਆਰ ਕਰਦੇ ਆ ਉਸ ਤੋਂ ਵੱਧ ਸ਼ਾਇਦ ਪੰਜਾਬ ਨੂੰ ਪਿਆਰ ਕਰਦੇ। ਕੁਝ ਅਰਸਾ ਪਹਿਲਾਂ ਔਰ ਮੈਂ ਜਿੱਦਣ ਇਲੈਕਸ਼ਨ ਦਾ ਰਿਜ਼ਲਟ ਆਇਆ ਉਹ ਤੋਂ 2-3 ਦਿਨਾਂ ਬਾਅਦ ਹੀ ਨਿਕਲ ਗਿਆ ਸੀ ਬਾਹਰ। ਇਹ ਇਹਨਾਂ ਸਾਥੀਆਂ ਦੀ ਬਦੌਲਤ ਹੈ ਜੋ 7-8 ਆਏ ਪਹਿਲਾਂ ਮੇਰੇ ਕੋਲ ਸਿੱਧੂ ਸਾਹਿਬ ਮਿਲਣਾ ਆ ਕਿ ਅਸੀਂ ਅੱਗੇ ਵਧਣਾ ਚਾਹੁੰਦੇ ਆ। ਕਾਂਗਰਸ ਹਾਰੀ ਹੈ ਪਰ ਮਰੀ ਨਹੀਂ, ਇਹਨਾਂ ਦਾ ਡਾਇਲੋਗ ਹੈ। ਇਹਨਾਂ ਚੋਂ 2-4 ਬੰਦਿਆਂ ਨੂੰ ਕਿਹਾ ਤੇ ਵਧੀਆ ਅੱਗੇ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਵੀ ਮੁੱਦਿਆਂ ਦੀ ਪਹਿਰੇਦਾਰੀ ਜਿਹੜਾ ਲਾਈਕ ਮਾਈਂਡਡ ਆਦਮੀ ਮੁੱਦਿਆਂ ਦੀ ਪਹਿਰੇਦਾਰੀ ਕਰਨਾ ਚਾਹੁੰਦਾ ਮੈਨੂੰ ਬੁਲਾਉਣਾ ਚਾਹੁੰਦਾ, ਮੈਂ ਉੱਥੇ ਆਉਂ, ਤੁਸੀਂ ਮੇਰੇ ਕੋਲ ਆਓ, ਆਪਾਂ ਪੰਜਾਬ ਦੇ ਲੋਕਾਂ ਦੇ ਪ੍ਰੋਬਲਮ ਦੇ ਮਸਲਿਆਂ ਦੇ ਹੱਲ ਦੇ ਔਰ ਉਹਦੇ ਲਈ ਇੱਕ ਬੜੀ ਹੀ ਕੰਸਟਰਕਟਿਵ ਆਪੋਜੀਸ਼ਨ ਦਾ ਰੋਲ ਪਲੇ ਕਰੀ, ਸਰਕਾਰ ਨੂੰ ਅਕਾਊਂਟੇਬਲ ਬਣਾਈਏ ਔਰ ਇੱਕ ਟਰਾਂਸਪੇਰੈਂਟ ਤਰੀਕੇ ਦੇ ਨਾਲ ਉਹਨਾਂ ਨੂੰ ਕਹੀਏ ਵੀ ਦੱਸੋ ਭਾਈ ਜੇ ਪੰਜਾਬ ਦੇ ਲੋਕ ਤੁਹਾਡੇ ਹਿੱਸੇਦਾਰ ਨੇ ਭਾਗੀਦਾਰ ਨੇ ਤੇ ਤੁਸੀਂ ਉਹਨਾਂ ਨੂੰ ਦੱਸੋ ਆਹ ਮੁੱਦੇ ਨੇ। ਅੱਜ ਵੀ ਮੈਂ ਬੜੇ 2 ਅਹਿਮ ਮੁੱਦਿਆਂ ਦੇ ਉੱਤੇ ਤੁਹਾਡੇ ਨਾਲ ਗੱਲ ਕਰਨਾ ਆ, ਬਹੁਤ 2 ਅਹਿਮ ਮੁੱਦਿਆਂ ਔਰ ਆਗਾਹ ਕਰਨਾ ਆ ਕਿ ਸਾਡੀ ਵਿੱਤੀ ਜਿਹੜੀ ਹਾਲਤ ਹੈ ਉਹਦੇ ਉੱਤੇ ਸਵਾਲ ਉੱਠ ਰਹੇ ਨੇ। ਅੱਜ ਵਿਜ ਸਾਹਿਬ ਦੀ ਸਟੇਟਮੈਂਟ ਆਈ ਹੈ, ਤੁਸੀਂ ਸਾਰਿਆਂ ਨੇ ਉਹ ਸਟੇਟਮੈਂਟ ਦੇਖੀ। ਕੁਝ IAS ਆਫੀਸਰ अपना वेरवा दे के आया उत्तर सेंटर की सरकार कि वी आर हेडेड टुवर्ड्स फाइनेंशियल एमरजेंसी। ये सारा कुछ ठीक है लेकिन पंजाब दे विच इन्हां गल्लां चों हल निकलदे और मैं हमेशा प्रॉब्लम्स नालों ज़्यादा हल्लां दी गल की कि देयर इज़ अ सोल्यूशन। हर मुश्किल का हल होता है, आज नहीं तो कल। मैं ਅੱਜ ਵੀ ਉਸੇ ਕੰਸਟਰਕਟਿਵ ਆਪੋਜੀਸ਼ਨ ਦਾ ਰੋਲ ਅਦਾ ਕਰ ਰਿਹਾ, ਮੇਰੇ ਸਾਥੀ ਉਦੋਂ ਵੱਧ ਕਰ ਰਹੇ। ਇਹ ਜਿੰਨੇ ਨੇ ਇਹ ਸ਼ਾਇਦ ਮੇਰੇ ਰੋਲ ਨਾਲੋਂ ਇਹਨਾਂ ਦਾ ਵੱਡਾ ਰੋਲ ਹੈ। ਆਂਦੇ ਸਾਰ ਮੈਨੂੰ 4 ਬੰਦਿਆਂ ਨੇ ਕਿਹਾ, ਮੈਂ ਉਹ ਵੀ ਤਾਰੀਫ ਕਰਨਾ ਚਾਹੁੰਦਾ। ਆਪੋਜੀਸ਼ਨ ਦਾ ਮਤਲਬ ਇਹ ਨਹੀਂ ਵੀ ਹਰੇਕ ਨੂੰ ਗਾਲਾਂ ਕੱਢੀ ਜਾਓ। ਆਂਦੇ ਸਾਰ ਇੱਥੇ ਲੋਕਾਂ ਨੇ ਕਿਹਾ ਕਿ ਜੀ ਅਸੀਂ 4.5 ਘੰਟੇ 'ਚ ਪਹੁੰਚ ਜਾਂਦੇ ਬਠਿੰਡੇ, ਅੱਜ 2 'ਚ ਪਹੁੰਚ ਗਏ। ਮੈਂ ਰਿਅਲਾਈਜ਼ ਕੀਤਾ ਵੀ 4.5 ਘੰਟੇ 'ਚ ਪਹੁੰਚਦੇ ਹੁੰਦੇ ਬਠਿੰਡੇ ਤੇ ਅੱਜ ਅਸੀਂ ਵੀ ਪੌਣੇ 2 ਘੰਟੇ 'ਚ। ਹਰ ਬੰਦਾ ਸਰਪ੍ਰਾਈਜ਼ਡ ਹੈ ਯਾਰ ਵੀ ਅਸੀਂ 4 ਘੰਟੇ ਪਹੁੰਚਦੇ ਹੁੰਦੇ, ਅੱਜ 2 ਘੰਟੇ ਪਹਿਲਾਂ ਕਿਵੇਂ ਪਹੁੰਚ ਗਏ। ਇਹ ਜਿਹੜੇ ਹਾਈਵੇ ਬਣਾਏ ਆ ਗਡਕਰੀ ਸਾਹਿਬ ਦੇ ਨੀਡ ਟੂ ਬੀ ਕੰਪਲੀਮੈਂਟਡ। ਪਹਿਲੀ ਗੱਲ ਇਹ ਜ਼ਰੂਰੀ ਨਹੀਂ ਹੈ ਕਿ ਜੇ ਕੋਈ ਆਪੋਜੀਸ਼ਨ 'ਚ ਹੋਵੇ ਤੇ ਉਹਨੂੰ ਨਿੰਦੀ ਜਾਓ। ਆਈ ਮਸਟ ਕੰਪਲੀਮੈਂਟ ਕਿ ਉਹਨਾਂ ਨੇ ਜ਼ਿੰਦਗੀ ਬਿਹਤਰ ਬਣਾਉਣ ਦੇ ਲਈ। ਔਰ ਮੈਂ ਇਹ ਗੱਲ ਦੇਖੋ ਕਿੱਦਾਂ ਨਿਕਲੀ ਹੈ, ਟਰੈਵਲ 'ਚ ਨਿਕਲੀ। ਜਦੋਂ ਤੁਸੀਂ ਸੱਤਾ ਹਾਸਲ ਕਰਨ ਲਈ ਝੂਠ ਬੋਲ ਦਿੰਦੇ ਹੋ ਕਿ ਜੀ ਮੈਂ ਕੁਝ ਵੀ ਬੋਲ ਦਿਆਂ ਆ ਸੱਤਾ ਮਿਲ ਜੇ ਮੈਨੂੰ, ਉਹ ਗਲਤ। ਲੇਕਿਨ ਜਦੋਂ ਤੁਸੀਂ ਕੁਝ ਐਸਾ ਕਰਦੇ ਹੋ ਕਿ ਪੰਜਾਬ ਦੇ ਲੋਕਾਂ ਦੀ ਔਰ ਦੁਨੀਆ ਦੇ ਲੋਕਾਂ ਦੀ ਜ਼ਿੰਦਗੀ ਬਦਲਦੀ ਹੈ, ਇਹ ਜ਼ਿੰਦਗੀ ਬਦਲਦੀ ਕਿ ਨਹੀਂ। 2.5 ਘੰਟੇ ਬਚੇ ਸਾਹਿਬ ਤਾਂ ਮੈਂ ਤਾਰੀਫ ਕਰਦਾ। लेकिन अज कुछ वायदे ऐसे हुए ने जिहड़े कि ब्लेटेंट गोइंग बैक ऑन योर वर्ड ऑफ ऑनर, ब्लेटेंट बिट्रेयल ऑफ पंजाब। मैं 2 गल्लां वाल तुहाडा ध्यान आकर्षित करना चाहना। एक साडी फाइनेंशियल पोजीशन, साडी बिगड़दी वित्ती हालत
ਉਹਨਾਂ ਦੇ ਵਿੱਚ ਕਿ ਫ੍ਰੀ ਬੀਜ਼ ਜਿਹੜੀਆਂ ਨੇ ਇਹ ਕਿਤੇ ਪੰਜਾਬ ਨੂੰ ਦੁਆਲੀਆ ਨਾ ਕਰ ਦਿਓ। ਇਹ ਚਿੰਤਾ ਹਰੇਕ ਦੀ ਜਾਇਜ਼ ਹੈ। ਔਰ ਦੂਸਰਾ, ਬਿਜਲੀ ਮਾਫ ਕਰਨਾ, ਤੁਸੀਂ ਜਦੋਂ ਇਲੈਕਸ਼ਨ ਤੋਂ ਪਹਿਲਾਂ ਸੱਤਾ ਹਾਸਲ ਕਰਨ ਦੇ ਲਈ ਇੱਥੇ ਆਏ ਸੀ, ਤੁਸੀਂ ਅਨਾਉਂਸਮੈਂਟ ਸਾਰਿਆਂ ਜੋਗੀ ਕੀਤੀ ਸੀ ਬਿਜਲੀ ਦੀ। ਤੁਸੀਂ ਕਿਸੇ ਨੂੰ ਡੀਮਾਰਕੇਟ ਕਰਕੇ ਨਹੀਂ ਕਿਹਾ ਤੁਸੀਂ ਸਾਡੇ ਨਾਲੋਂ ਬਿਹਤਰ ਆਪਸ਼ਨ ਕਿਵੇਂ ਬਣੇ, ਕਿਉਂਕਿ ਐਸਸੀ ਭਾਈਚਾਰੇ ਨੂੰ, ਐਸਟੀ ਭਾਈਚਾਰੇ ਨੂੰ, ਫਰੀडम ਫਾਈਟਰਸ ਨੂੰ ਅਸੀਂ ਵੀ 200 ਯੂਨਿਟ ਫ੍ਰੀ ਦਿੰਦੇ ਸੀ। 2 ਮਹੀਨੇ ਦੇ 400 ਮਿਲਦੇ ਸੀ, ਤੁਸੀਂ 600 ਦੇ ਦਿੱਤੇ ਤੇ ਕਿਹੜਾ ਮਾਰਕਾ ਮਾਰਿਆ? ਤੁਸੀਂ ਇਹ ਕਿਹਾ ਵੀ ਸਾਰਿਆਂ ਨੂੰ ਦਿਆ, ਤੇ ਅੱਜ ਤੁਸੀਂ ਮੁਕਰ ਗਏ ਹੋ, ਸ਼ਰੇਆਮ ਮੁਕਰ ਗਏ ਔਰ ਬਸ਼ਰਮੀ ਨਾਲ ਮੁਕਰ ਗਏ ਹੋ। ਇੱਥੋਂ ਪਤਾ लगता है कि कुछ तो रही होंगी उनकी भी मजबूरियां, यूं ही चाह के तो कोई बेवफा नहीं होता। मजबूरियां की ने? मजबूरियां ये ने भी PSPCL ਦੇ ਉੱਤੇ 17,000 ਕਰੋੜ ਰੁਪਏ ਦਾ ਕਰਜ਼ਾ ਸਾਹਿਬ ਜਿਹੜਾ ਬੈਂਕਾਂ ਤੋਂ ਲਿਆ, ਸਰਕਾਰ ਦੀ ਦੇਣਦਾਰੀ ਉਹਨਾਂ ਦੀ 20,000 ਕਰੋੜ ਤੋਂ ਉੱਤੇ ਹੈ। ਤੇ ਮੈਂ ਇੱਕ ਆਰਟੀਕਲ ਪੜ੍ਹ ਰਿਹਾ ਸੀ, 500 ਕਰੋੜ ਰੁਪਏ ਤਨਖਾਹਾਂ ਦੇਣ ਨੂੰ ਲੈ ਕੇ ਕਰਜ਼ਾ ਬੋਰਡ ਦੇ ਅਧਿਕਾਰੀਆਂ ਨੂੰ ਦਿੱਤਾ ਗਿਆ। ਸੋਚ ਕੇ ਤੇ ਵੇਖੋ ਕਿਹੜੀ ਸਿਚੁਏਸ਼ਨ ਦੇ ਵਿੱਚ ਆ ਸੀ। ਇਹ ਪਹਿਲੀ ਵਾਰ ਹੈ, ਅੱਜ ਇਹ ਪਹਿਲੀ ਵਾਰ ਹੈ ਕਿ ਜਿਹੜਾ ਪੰਜਾਬ ਜਾਣਿਆ ਜਾਂਦਾ ਸੀਗਾ ਜੀ ਨੰਬਰ 1 ਪਰਮਵੀਰ ਚੱਕਰ ਜਿੱਤੇ, ਨੰਬਰ 1 ਇਨ ਗ੍ਰੀਨ ਰੈਵੋਲੂਸ਼ਨ, ਨੰਬਰ 1 ਵਾਈਟ ਰੈਵੋਲੂਸ਼ਨ, ਪਹਾੜਾ ਡੈਮ ਨੰਬਰ 1। ਅੱਜ ਸਾਡਾ 55% GDP ਦਾ ਹਿੱਸਾ, 55% of our GDP is debt ridden। मतलब ਆਮ ਬੰਦੇ ਨੂੰ ਜੇ ਸਮਝਾਣਾ ਹੋਵੇ, ਕਿਸੇ ਪੰਜਾਬੀ ਦੇ ਨਾਲ ਕਨਵਰਸੇਸ਼ਨ ਕਰਨੀ ਹੋਵੇ, ਤੇ ਬੜੀ ਗੱਲ ਸਾਫ਼ ਹੈ ਕਿ 55% ਆਪਣੀ ਪੰਜਾਬੀਆਂ ਦੀ ਸਾਰੀ ਆਮਦਨ ਰਲਾ ਕੇ ਕਰਜ਼ੇ ਚਾਰੀ, which is alarming, ਕਿਉਂਕਿ ਇਹ ਹਾਈਐਸਟ ਹੈ ਇੰਡੀਆ 'ਚ। ਅੱਜ ਅਸੀਂ ਜਾਣੇ ਜਾਂਦੇ ਹਾਂ ਕਿ ਕਰਜ਼ੇ ਦੇ ਵਿੱਚ ਸਾਡੀ GDP ਨੰਬਰ 1, which is shocking। मैं पूछना चाहना, और मैं स्पेसिफिक सवाल ने लिखे भी सी कि भाई सरकार दसे और पारदर्शिता दे नाल दसे भी 6,000 करोड़ रुपये कित्थों लिया। जे 6,000 करोड़ रुपये लगने, ਜਿਹੜੇ 600 ਯੂਨਿਟ ਡਿਸਕ੍ਰਿਮੀਨੇਸ਼ਨ ਨਾਲ ਦਿੱਤੇ, ਸਾਰਿਆਂ ਨੂੰ ਦਿੰਦੇ ਤੇ ਫਿਰ ਤੇ ਬਿਲਕੁਲ ਹੀ ਗੱਲ ਹੀ ਖਤਮ ਹੋ ਜਾਂਦੀ ਨਾ। ਫਿਰ ਤੇ ਮਤਲਬ ਇਹਦੇ ਨਾਲੋਂ 70% ਆਬਾਦੀ ਬਾਹਰ ਕੱਢਤੀ। ਕੀ ਤੁਸੀਂ ਕੋਈ ਪਾਲਿਸੀ ਬਣਾਈ ਸੀ ਜਿਹਦੀ ਕੋਈ ਬਜਟਰੀ ਐਲੋਕੇਸ਼ਨ? ਮੈਂ ਰੋਂਦਾ ਰਿਹਾ ਪਹਿਲੇ ਦਿਨ ਤੋਂ ਔਰ ਕਹਿੰਦਾ ਰਿਹਾ ਪੁੱਛੋ ਪੈਸੇ ਕਿੱਥੋਂ ਆਏ। ਦੱਸੋ ਤੁਸੀਂ ਕੋਈ ਪਾਲਿਸੀ ਇਹ ਜੀ ਤੈਅ ਕੀਤੀ ਸੀ ਇਹ ਅਨਾਉਂਸਮੈਂਟ ਕਰਨ ਤੋਂ ਪਹਿਲਾਂ, ਜਿਹਦੇ 'ਚ ਤੁਹਾਡੀ ਉਹ ਪਾਲਿਸੀ ਦੇ ਵਿੱਚ ਬਜਟਰੀ ਐਲੋਕੇਸ਼ਨ ਹੋਵੇ, ਔਰ ਬਜਟਰੀ ਐਲੋਕੇਸ਼ਨ ਕਿੱਥੋਂ ਆਣੀ ਹੈ ਉਹਦਾ ਕੋਈ ਵੇਰਵਾ ਹੋਵੇ? ਦੱਸੋ ਸਾਰੇ ਪੰਜਾਬ ਵੀ ਤੁਸੀਂ ਕਿੱਥੋਂ ਲਿਆਓਗੇ। ਮੈਨੂੰ ਤਾਂ ਲੱਗਦਾ ਹੈ ਕਿ ਇਹ ਇੱਕ ਇਲੈਕਸ਼ਨ ਗਿਮਿਕ ਹੈ। ਤੁਸੀਂ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਨਹੀਂ ਅਨਾਉਂਸਮੈਂਟ ਕੀਤੀ। ਜੇ 8 ਜੁਲਾਈ ਨੂੰ ਕਰਨੀ ਤੁਸੀਂ 7 ਜੁਲਾਈ ਨੂੰ ਕਹਿੰਦੇ ਵੀ ਭਾਈ 8 ਨੂੰ ਕਰ ਰਹੇ ਹੋ। ਤੁਸੀਂ ਪੰਜਾਬ ਦੀ ਪਿੱਠ ਦੇ ਉੱਤੇ ਪੱਬ ਲਾ ਕੇ ਹਿਮਾਚਲ ਪ੍ਰਦੇਸ਼ ਤੇ ਗੁਜਰਾਤ 'ਚ ਇਲੈਕਸ਼ਨ ਲੜਨੇ ਚਾਹੁੰਦੇ। ਇਸ ਕਰਕੇ 3 ਮਹੀਨੇ ਪਹਿਲਾਂ ਅਨਾਉਂਸਮੈਂਟਾਂ ਕਰ ਰਹੇ ਹੋ। ਵੈਸੇ ਤੇ ਤੁਹਾਡੀ ਹਰੀ ਪੈਨ ਦੀ ਸਿਆਹੀ ਮੁੱਕ ਗਈ, ਹੁਣ ਤੇ ਨੀਲੇ ਪੈਨਾਂ ਦੀ ਗੱਲ ਕਰਦੇ ਹੋ ਤੁਸੀਂ। ਗੱਲ ਸਮਝੋ ਨਾ ਕਿ ਅੱਜ ਤੁਸੀਂ ਕਰੋੜਾਂ ਰੁਪਿਆਂ ਦੇ ਇਸ਼ਤਿਹਾਰ ਪੰਜਾਬ ਸਰਕਾਰ ਦੇ ਬਾਹਰਲੇ ਸੂਬਿਆਂ ਦੇ ਵਿੱਚ ਦੇ ਰਹੇ ਹੋ। ਤੁਹਾਨੂੰ ਕਿਹਨੇ ਇਖਤਿਆਰ ਦਿੱਤਾ ਕਿ ਤੁਸੀਂ ਪੰਜਾਬੀਆਂ ਦੇ ਖੂਨ ਪਸੀਨੇ ਦੀ ਕਮਾਈ ਬਾਹਰਲੇ ਅਖਬਾਰਾਂ ਦੇ ਵਿੱਚ, ਸੂਬਿਆਂ ਦੇ ਵਿੱਚ ਲਵਾਓ? ਇਹ ਬਹੁਤ ਸੰਗੀਨ ਸੰਜੀਦਗੀ ਵਾਲਾ ਮਸਲਾ ਸਾਹਿਬ। ਇਸ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਤੁਸੀਂ ਆਹ ਕੁਝ ਕਰ ਰਹੇ ਹੋ। ਮੈਨੂੰ ਦੱਸੋ ਪਾਲਿਸੀ ਡਰਿਵਨ ਤੁਹਾਡੇ ਕੋਲ ਕੀ ਹੈ? ਜਿਹੜੇ ਕਹਿੰਦੇ ਹੁੰਦੇ ਕਾਰਪੋਰੇਸ਼ਨ ਬਣਾਵਾਂਗੇ, ਉਹ ਅੱਜ ਦੀਪ ਮਲਹੋਤਰੇ ਵਰਗੇ ਬੰਦਿਆਂ ਨਾਲ ਸਾਰੀ ਦਿੱਲੀ ਦੇ ਵਿੱਚ ਪ੍ਰਾਈਵੇਟਾਈਜੇਸ਼ਨ ਕਰਦੇ ਸ਼ਰਾਬ। ਮੈਂ ਕੋਈ ਉਹਦੇ ਹੱਕ 'ਚ ਨਹੀਂ, ਬਟ ਸਭ ਤੋਂ ਵੱਧ ਪੈਸੇ ਉੱਥੋਂ ਨਿਕਲਦੇ ਆ।
20,000 ਕਰੋੜ ਰੁਪਇਆ ਮੈਂ ਉੱਥੋਂ ਕੱਢ ਦੂੰ ਤੇ 30,000 ਕਰੋੜ ਰੁਪਇਆ ਮੈਂ ਕਰਪਸ਼ਨ ਬੰਦ ਕਰਕੇ ਕੱਢ ਦੂੰ। ਫਿਰ ਕੱਢ ਲੈ ਭਾਈ, ਫਿਰ ਦੇ ਦੇਣੇ ਸੀ ਸਾਰੀ ਕੈਟਾਗਰੀ ਨੂੰ, ਫਿਰ ਜਨਰਲ ਕੈਟਾਗਰੀ ਨੂੰ। ਇਹ ਕੈਟਾਗਰਾਈਜ਼ ਕਿਉਂ ਕਰਦਾ ਪੰਜਾਬ ਤੇ ਜਾਤ ਪਾਤ ਮੰਨਦਾ ਹੀ ਨਹੀਂ। ਪੰਜਾਬ ਤੇ ਕਹਿੰਦਾ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ। ਕੱਢ ਭਾਈ 20,000 ਕਰੋੜ ਰੁਪਇਆ। ਮੈਂ ਚੈਲੰਜ ਕਰਦਾ, ਜਦ ਤੱਕ ਠੇਕੇਦਾਰੀ ਸਿਸਟਮ ਹੈ ਪੰਜਾਬ 'ਚ, ਤੂੰ 200 ਕੱਢ ਕੇ ਵਿਖਾ। ਪਹਿਲੇ ਦਿਨ ਤੋਂ ਕਹਿੰਦਾ ਸੀਗਾ ਵੀ ਠੇਕੇਦਾਰੀ ਸਿਸਟਮ 'ਚ ਜਿੱਦਨ ਤੇਲੰਗਾਨਾ ਨੇ ਕੀਤੇ 10 ਕਰੋੜ ਨਿਕਲੇ ਸੀ। ਜਿੱਦਨ ਠੇਕੇਦਾਰੀ ਸਿਸਟਮ ਅਬੋਲਿਸ਼ ਕਰਕੇ ਸੈਂਡ ਦਾ ਕੰਟਰੋਲ ਲਿਆ ਤੇ ਪਹਿਲੇ ਸਾਲ 400 ਕਰੋੜ, ਦੂਜੇ 700, ਤੀਜੇ 1200 ਤੇ 4 ਸਾਲਾਂ 2400। ਇਸੇ ਤਰ੍ਹਾਂ ਤੁਸੀਂ ਠੇਕੇਦਾਰ ਬਿਠਾਤੇ, 2-2 ਜ਼ੋਨ ਦੀ ਪਾਲਿਸੀ, 4-4 ਜ਼ੋਨ ਦੇ ਵਿੱਚ ਦਿਲ ਕਰੀ। ਤੁਸੀਂ ਕਹਿੰਦੇ ਸੀ ਪ੍ਰਾਈਵੇਟਾਈਜ਼ ਨਹੀਂ ਕਰੀ, ਸਾਰੀ ਦਿੱਲੀ ਦੇ ਗਲੀ ਸ਼ਰਾਬ ਵੇਚਣ ਲਾਤੀ ਤੁਸੀਂ ਪ੍ਰਾਈਵੇਟਾਈਜ਼। ਤੇ ਕਿਹੜੀ ਪਾਲਿਸੀ ਹੈ ਤੁਹਾਡੀ ਸ਼ਰਾਬ ਨੀਤੀ? ਦਿਓ। ਮੈਂ ਇਹ ਨਹੀਂ ਕਹਿੰਦਾ ਕਿ ਅੱਜ 1 ਮਹੀਨਾ ਹੋਇਆ ਭਾਈ ਸਰਕਾਰ ਨੂੰ ਵੱਧ ਦਿਓ, ਪਰ ਲਾਅ ਐਂਡ ਆਰਡਰ ਦੇ ਵਾਸਤੇ ਤਾਂ ਕੋਈ ਟਾਈਮ ਲਿਮਿਟ ਨਹੀਂ ਹੁੰਦੀ। ਉਹ ਤਾਂ ਡੇ 1 ਤੋਂ ਜਾਨ ਮਾਲ ਦਾ ਜਿਹੜਾ ਅਧਿਕਾਰ ਹੈ, ਉਹ ਪਹਿਲਾ ਫੰਡਾਮੈਂਟਲ ਰਾਈਟ ਹੈ ਕਿਸੇ ਵੀ ਬੰਦੇ ਦਾ। ਪਹਿਲਾ ਫੰਡਾਮੈਂਟਲ ਰਾਈਟ ਵੀ ਮੇਰੀ ਜਾਨ ਮਹਿਫੂਜ਼ ਰਹੇ, ਮੇਰਾ ਮਾਲ, ਮੇਰਾ ਬਿਜ਼ਨਸ ਮਹਿਫੂਜ਼ ਰਹੇ। ਖਾਸ ਤੌਰ ਤੇ ਸ਼ਹਿਰ ਪਿੰਡਾਂ ਕੀ ਚਾਹੁੰਦੇ ਆ? ਅਗਲੇ ਬਿਜ਼ਨਸ ਚਾਹੁੰਦੇ ਆ, ਅਗਲੇ ਅਮਨ ਮਾਨ ਚਾਹੁੰਦੇ ਆ, ਅਗਲੇ ਚਾਹੁੰਦੇ ਆ ਵੀ ਸਾਡੀਆਂ ਦੁਕਾਨਾਂ ਦੇ ਉੱਤੇ ਕੋਈ ਇਹੋ ਜਿਹੀ ਆਪਦਾ ਨਾ ਆਵੇ ਕਿ ਸਾਡਾ ਬਿਜ਼ਨਸ ਇਫੈਕਟ ਹੋਵੇ। ਕਿਸੇ ਨੂੰ ਦਾਤੀਆਂ ਨਾਲ ਟੁੱਕੀ ਜਾਂਦੇ ਆ, ਕਿਤੇ ਕਬਜ਼ੇ ਚੱਲੀ ਜਾਂਦੇ ਆ, ਕਿਤੇ ਫਰੌਤੀਆਂ ਹੋਈ ਜਾਂਦੀਆਂ ਨੇ, ਕਬੱਡੀ ਜੇਲ੍ਹਾਂ 'ਚ ਚੱਲੀ ਜਾਂਦੀ ਹੈ। ਹਾਂਜੀ, ਹਰ ਰੋਜ਼ ਮੈਂ ਦੇਖਦਾ ਕਦੇ ਕਿਸੇ ਨੂੰ ਵੱਢਤਾ, ਕਿਸੇ ਨੂੰ ਟੁੱਕਤਾ, ਕਿਸੇ ਵਰਕਰ ਨੂੰ ਮਾਰ ਦਿੰਦੇ ਆ, ਟਰੱਕ ਯੂਨੀਅਨ ਦੇ ਕਬਜ਼ੇ ਚੱਲੀ ਜਾਂਦੇ ਆ। ਇਹ ਲਾਅ ਐਂਡ ਆਰਡਰ ਹੈ? ਕੋਈ ਐਕਸਪਲੇਨ ਕਰਦੇ ਮੈਨੂੰ, ਇਹ ਲਾਅ ਐਂਡ ਆਰਡਰ ਹੈ? ਦੂਸਰੀ ਗੱਲ ਇਹ ਹੈ ਕਿ ਜਦੋਂ ਫਾਈਨੈਂਸ਼ੀਅਲ ਸਥਿਤੀ ਦੀ ਮੈਂ ਗੱਲ ਕਰਦਾ, ਤੁਸੀਂ ਇਨਕਮ ਕਿੱਥੋਂ ਜਨਰੇਟ ਕਰਦੇ ਹੋ ਭਾਈ ਦੱਸੋ? ਕਿਉਂਕਿ ਤੁਸੀਂ ਇਲੈਕਸ਼ਨ ਤੋਂ ਪਹਿਲਾਂ ਤਾਂ ਇਹ ਕਿਹਾ ਨਹੀਂ, ਤੁਸੀਂ ਤਾਂ ਕਿਹਾ ਪਹਿਲੇ ਦਿਨ 24 ਘੰਟੇ ਬਰਗਾੜੀ, ਨਾਲ ਦੀ ਨਾਲ ਬਰਗਾੜੀ ਦਾ ਇਨਸਾਫ ਕਰਨ ਵਾਸਤੇ 24 ਘੰਟਿਆਂ ਦੇ ਵਿੱਚ ਪੰਜਾਬ ਦੀ ਆਤਮਾ ਨੂੰ ਸ਼ਾਂਤੀ ਮਿਲੂਗੀ।